ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਨਿਊਜ਼ੀਲੈਂਡ ਦੇ ਇੱਕ ਬਹੁਤ ਹੀ ਖਾਸ ਦਿਨ ਵੇਤਾਂਗੀ ਦਿਵਸ ਦੀ ਗੱਲ ਕਰਾਂਗੇ। ਇਹ ਸਿਰਫ ਕੈਲੰਡਰ ਦੇ ਇੱਕ ਤਾਰੀਖ ਨਹੀਂ, ਸਗੋਂ ਇਹ ਉਹ ਕਹਾਣੀ ਹੈ ਜਿਸ ਤੇ ਪੂਰੇ ਦੇਸ਼ ਦੀ ਨੀਂਹ ਰੱਖੀ ਗਈ ਹੈ। ਹਰ ਸਾਲ 6 ਫਰਵਰੀ ਨੂੰ ਛੁੱਟੀ ਹੁੰਦੀ ਹੈ, ਪਰ ਕੀ ਕਦੇ ਸੋਚਿਆ ਹੈ ਕਿ ਇਹ ਸਿਰਫ ਆਰਾਮ ਕਰਨ ਦਾ ਦਿਨ ਹੈ? ਜਾਂ ਫਿਰ ਇਸ ਤਾਰੀਖ ਪਿੱਛੇ ਕੋਈ ਡੂੰਘਾ ਵਾਅਦਾ ਛੁਪਿਆ ਹੋਇਆ ਹੈ? ਇੱਕ ਅਜਿਹਾ ਸਮਝੌਤਾ ਜਿਸ ਨੇ ਨਿਊਜ਼ੀਲੈਂਡ ਦੀ ਪੂਰੀ ਕਿਸਮਤ ਹੀ ਬਦਲ ਦਿੱਤੀ। ਆਓ ਅੱਜ ਇਸ ਦੀ ਤਹਿ ਤੱਕ ਚੱਲਦੇ ਹਾਂ। ਤਾਂ ਵੇਤਾਂਗੀ ਦਿਵਸ ਅਸਲ ਵਿੱਚ ਹੈ ਕੀ? ਇਹ ਨਿਊਜ਼ੀਲੈਂਡ ਦਾ ਰਾਸ਼ਟਰੀ ਦਿਵਸ ਹੈ ਅਤੇ ਇਹ ਇੱਕ ਬਹੁਤ ਹੀ ਖਾਸ ਦਸਤਾਵੇਜ਼ ਦੇ ਦਸਤਖਤ ਹੋਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹ ਦਸਤਾਵੇਜ਼ ਜਿਸ ਨੂੰ ਇਸ ਦੇਸ਼ ਦਾ ਬੁਨਿਆਦੀ ਪੱਥਰ ਕਹਿ ਸਕਦੇ ਹਾਂ। ਕਹਾਣੀ ਸ਼ੁਰੂ ਹੁੰਦੀ ਹੈ 6 ਫਰਵਰੀ 1840 ਨੂੰ। ਜਗ੍ਹਾ ਸੀ ਬੇ ਆਫ ਆਈਲੈਂਡਸ, ਇੱਕ ਬਹੁਤ ਹੀ ਖੂਬਸੂਰਤ ਇਲਾਕਾ। ਇੱਥੇ ਵੇਤਾਂਗੀ ਨਾਂ ਦੀ ਥਾਂ ਤੇ ਦੋ ਵੱਖ-ਵੱਖ ਦੁਨੀਆਵਾਂ ਇਕੱਠੀਆਂ ਹੋਈਆਂ। ਇੱਕ ਪਾਸੇ ਬ੍ਰਿਟਿਸ਼ ਸਾਮਰਾਜ ਦੇ ਨੁਮਾਇੰਦੇ ਤੇ ਦੂਜੇ ਪਾਸੇ ਮਾਓਰੀ ਕਬੀਲਿਆਂ ਦੇ ਮੁਖੀ। ਤੇ ਇੱਥੇ ਇੱਕ ਸੰਧੀ ਤੇ ਦਸਤਖਤ ਹੋਏ ਜਿਸ ਨੂੰ ਮਾਓਰੀ ਭਾਸ਼ਾ ਵਿੱਚ ਟੀ ਤਿਰਿਤੀ ਓ ਵੇਟਾਂਗੀ ਕਹਿੰਦੇ ਨੇ। ਪਰ ਸਵਾਲ ਉੱਠਦਾ ਹੈ ਕਿ ਇਸ ਸੰਧੀ ਦੀ ਲੋੜ ਹੀ ਕਿਉਂ ਪਈ? ਦੇਖੋ, 1830 ਦੇ ਦਹਾਕੇ ਵਿੱਚ ਯੂਰਪ ਤੋਂ ਬਹੁਤ ਸਾਰੇ ਲੋਕ ਨਿਊਜ਼ੀਲੈਂਡ ਆ ਰਹੇ ਸਨ। ਇਸ ਨਾਲ ਮਾਓਰੀ ਕਬੀਲਿਆਂ ਅਤੇ ਨਵੇਂ ਆਏ ਲੋਕਾਂ ਵਿੱਚ ਤਣਾਅ ਵਧਣ ਲੱਗਾ। ਇਸ ਲਈ ਸ਼ਾਂਤੀ ਬਣਾਈ ਰੱਖਣ ਲਈ ਇੱਕ ਸਾਂਝੇ ਕਾਨੂੰਨ ਦੀ ਸਖਤ ਲੋੜ ਸੀ। ਪਰ ਇਸ ਦਿਨ ਨੂੰ ਇੱਕ ਰਾਸ਼ਟਰੀ ਛੁੱਟੀ ਬਣਨ ਵਿੱਚ ਬਹੁਤ ਸਮਾਂ ਲੱਗਾ। 1932 ਵਿੱਚ ਗਵਰਨਰ ਜਨਰਲ ਨੇ ਇਹ ਇਤਿਹਾਸਿਕ ਜ਼ਮੀਨ ਦੇਸ਼ ਨੂੰ ਸੌਂਪ ਦਿੱਤੀ। ਫਿਰ 1934 ਵਿੱਚ ਇੱਥੇ ਪਹਿਲੀ ਵਾਰ ਜਸ਼ਨ ਮਨਾਏ ਗਏ। ਇੱਕ ਦਿਲਚਸਪ ਗੱਲ ਇਹ ਹੈ ਕਿ 1974 ਵਿੱਚ ਇਸ ਦਾ ਨਾਮ ਨਿਊਜ਼ੀਲੈਂਡ ਦਿਵਸ ਰੱਖ ਦਿੱਤਾ ਗਿਆ, ਪਰ 2 ਸਾਲ ਬਾਅਦ ਹੀ 1976 ਵਿੱਚ ਇਸ ਦਾ ਨਾਮ ਵਾਪਸ ਵੇਤਾਂਗੀ ਦਿਵਸ ਕਰ ਦਿੱਤਾ ਗਿਆ ਤਾਂ ਜੋ ਇਸ ਦੀ ਖਾਸ ਇਤਿਹਾਸਿਕ ਪਹਿਚਾਣ ਬਣੀ ਰਹੇ। ਅਤੇ ਹੁਣ ਅਸੀਂ ਇਸ ਕਹਾਣੀ ਦੇ ਸਭ ਤੋਂ ਅਹਿਮ ਅਤੇ ਸ਼ਾਇਦ ਸਭ ਤੋਂ ਉਲਝੇ ਹੋਏ ਹਿੱਸੇ ਵੱਲ ਵਧਦੇ ਹਾਂ, ਕਿਉਂਕਿ ਇਹ ਸਿਰਫ ਇੱਕ ਦਸਤਾਵੇਜ਼ ਨਹੀਂ ਸੀ। ਅਸਲ ਵਿੱਚ ਇਹ ਦੋ ਵੱਖ-ਵੱਖ ਕਹਾਣੀਆਂ ਸਨ ਜੋ ਇੱਕੋ ਹੀ ਕਾਗਜ਼ ਤੇ ਲਿਖੀਆਂ ਗਈਆਂ। ਤਾਂ ਫਿਰ ਗੜਬੜ ਕਿੱਥੇ ਹੋਈ? ਗੱਲ ਹੈ ਭਾਸ਼ਾ ਦੀ। ਦੇਖੋ, ਇਹ ਸੰਧੀ ਇੱਕ ਨਹੀਂ ਸਗੋਂ 2 ਭਾਸ਼ਾਵਾਂ ਵਿੱਚ ਲਿਖੀ ਗਈ ਸੀ, ਅੰਗਰੇਜ਼ੀ ਅਤੇ ਮਾਓਰੀ। ਤੇ ਸਭ ਤੋਂ ਵੱਡੀ ਗੱਲ, ਦੋਵਾਂ ਦਾ ਮਤਲਬ ਇੱਕ ਨਹੀਂ ਸੀ। ਜੀ ਹਾਂ, ਇੱਕੋ ਦਸਤਾਵੇਜ਼ ਦੇ 2 ਵੱਖਰੇ-ਵੱਖਰੇ ਮਤਲਬ। ਇੱਥੋਂ ਹੀ ਸਾਰੀ ਉਲਝਣ ਸ਼ੁਰੂ ਹੁੰਦੀ ਹੈ। ਪਹਿਲਾਂ ਗੱਲ ਕਰਦੇ ਹਾਂ ਅੰਗਰੇਜ਼ੀ ਵਾਲੇ ਸੰਸਕਰਣ ਦੀ। ਉਹ ਬਿਲਕੁਲ ਸਾਫ਼-ਸਾਫ਼ ਸੀ। ਉਸ ਵਿੱਚ ਲਿਖਿਆ ਸੀ ਕਿ ਮਾਓਰੀ ਮੁਖੀ ਬ੍ਰਿਟਿਸ਼ ਤਾਜ ਨੂੰ ਨਿਊਜ਼ੀਲੈਂਡ ਤੇ ਪੂਰੀ ਸਾਵਰੰਟੀ ਯਾਨੀ ਕਿ ਸੰਪ੍ਰਭੁਤਾ ਸੌਂਪ ਰਹੇ ਨੇ, ਮਤਲਬ ਪੂਰਾ ਅਤੇ ਬਿਨਾਂ ਸ਼ਰਤ ਕੰਟਰੋਲ। ਪਰ ਜਿਹੜਾ ਮਾਓਰੀ ਭਾਸ਼ਾ ਦਾ ਸੰਸਕਰਣ ਸੀ, ਉੱਥੇ ਗੱਲ ਬਿਲਕੁਲ ਵੱਖਰੀ ਸੀ। ਸੋਵਰੇਨਿਟੀ ਸ਼ਬਦ ਦਾ ਅਨੁਵਾਦ ਕੀਤਾ ਗਿਆ ਕਵਾਨਾਟੰਗਾ, ਅਤੇ ਕਵਾਨਾਟੰਗਾ ਦਾ ਮਤਲਬ ਹੈ ਗਵਰਨੈਂਸ ਜਾਂ ਕਹਿ ਲਓ ਸ਼ਾਸਨ ਕਰਨ ਦਾ ਅਧਿਕਾਰ। ਮਾਓਰੀ ਮੁਖੀਆਂ ਨੇ ਸੋਚਿਆ ਕਿ ਉਹ ਬ੍ਰਿਟਿਸ਼ ਨੂੰ ਸਿਰਫ ਕਾਨੂੰਨ ਵਿਵਸਥਾ ਬਣਾਉਣ ਦੀ ਇਜਾਜ਼ਤ ਦੇ ਰਹੇ ਨੇ, ਨਾ ਕਿ ਆਪਣੀ ਜ਼ਮੀਨ ਤੇ ਆਪਣਾ ਹੱਕ ਛੱਡ ਰਹੇ ਨੇ। ਇੱਥੇ ਇਹ ਫਰਕ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। ਅੰਗਰੇਜ਼ੀ ਸੰਸਕਰਣ ਸੋਵਰੇਨਿਟੀ ਦੀ ਗੱਲ ਕਰਦਾ ਹੈ, ਯਾਨੀ ਪੂਰੀ ਤਾਕਤ। ਦੂਜੇ ਪਾਸੇ ਮਾਓਰੀ ਸੰਸਕਰਣ ਕਵਾਨਾਟੰਗਾ ਦੀ ਗੱਲ ਕਰਦਾ ਹੈ, ਯਾਨੀ ਸਿਰਫ ਸ਼ਾਸਨ, ਜੋ ਇੱਕ ਜ਼ਿੰਮੇਵਾਰੀ ਹੈ, ਮਾਲਕੀ ਨਹੀਂ। ਇੱਕ ਪਾਸੇ ਸੰਪ੍ਰਭੁਤਾ, ਦੂਜੇ ਪਾਸੇ ਸ਼ਾਸਨ। ਇਸ ਇੱਕ ਸ਼ਬਦ ਦੇ ਫਰਕ ਨੇ ਨਿਊਜ਼ੀਲੈਂਡ ਦਾ ਪੂਰਾ ਇਤਿਹਾਸ ਹੀ ਬਦਲ ਦਿੱਤਾ। ਅਤੇ ਇਹ ਫਰਕ ਸਿਰਫ ਪਹਿਲੇ ਆਰਟੀਕਲ ਤੱਕ ਹੀ ਸੀਮਿਤ ਨਹੀਂ ਸੀ। ਦੂਜੇ ਆਰਟੀਕਲ ਵਿੱਚ ਵੀ ਇੱਕ ਬਹੁਤ ਵੱਡਾ ਅੰਤਰ ਸੀ। ਅੰਗਰੇਜ਼ੀ ਸੰਸਕਰਣ ਨੇ ਜ਼ਮੀਨ ਦੀ ਮਾਲਕੀ ਦੀ ਗਾਰੰਟੀ ਦਿੱਤੀ, ਪਰ ਮਾਓਰੀ ਸੰਸਕਰਣ ਨੇ ਟੀਨੋ ਰੰਗਾ ਤਿਰੰਗਾ ਦਾ ਵਾਅਦਾ ਕੀਤਾ, ਜਿਸ ਦਾ ਮਤਲਬ ਹੈ ਪੂਰਨ ਸਵੈਰਾਜ, ਆਪਣੀਆਂ ਜ਼ਮੀਨਾਂ, ਪਿੰਡਾਂ ਅਤੇ ਸਾਰੀਆਂ ਕੀਮਤੀ ਚੀਜ਼ਾਂ ਜਿਨ੍ਹਾਂ ਨੂੰ ਤਾਉਂਗਾ ਕਹਿੰਦੇ ਨੇ ਉੱਤੇ। ਖੈਰ, ਚੰਗੀ ਗੱਲ ਇਹ ਸੀ ਕਿ ਤੀਜਾ ਆਰਟੀਕਲ ਦੋਵਾਂ ਪਾਸੇ ਇੱਕੋ ਜਿਹਾ ਸੀ ਕਿ ਸਾਰੇ ਮਾਓਰੀ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਾਂ ਵਾਲੇ ਹੀ ਹੱਕ ਮਿਲਣਗੇ। ਅਤੇ ਇੱਕ ਹੋਰ ਦਿਲਚਸਪ ਗੱਲ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਇੱਕ ਚੌਥਾ ਅਨਲਿਖਤ ਆਰਟੀਕਲ ਵੀ ਸੀ। ਇਹ ਜ਼ੁਬਾਨੀ ਤੌਰ ਤੇ ਤੈਅ ਹੋਇਆ ਸੀ ਅਤੇ ਇਹ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦਾ ਸੀ। ਸੋਚ ਕੇ ਦੇਖੋ, 1840 ਵਿੱਚ ਇਹ ਕਿੰਨੀ ਅਗਾਂਹ-ਵਧੂ ਸੋਚ ਸੀ। ਤਾਂ ਫਿਰ ਸਵਾਲ ਇਹ ਹੈ ਕਿ ਸਦੀਆਂ ਦੇ ਇਸ ਵਿਵਾਦ ਅਤੇ ਬਹਿਸ ਤੋਂ ਬਾਅਦ ਅੱਜ ਦੇ ਨਿਊਜ਼ੀਲੈਂਡ ਵਿੱਚ ਵੇਤਾਂਗੀ ਦਿਵਸ ਨੂੰ ਕਿਵੇਂ ਦੇਖਿਆ ਜਾਂਦਾ ਹੈ? ਖੈਰ, ਹੁਣ ਇਹ ਦਿਨ ਸਿਰਫ ਵਿਵਾਦ ਦਾ ਨਹੀਂ, ਸਗੋਂ ਵੱਡੇ ਪੱਧਰ ਤੇ ਜਸ਼ਨ ਮਨਾਉਣ ਦਾ ਮੌਕਾ ਬਣ ਗਿਆ ਹੈ। ਅੱਜ ਵੇਤਾਂਗੀ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਵੇਤਾਂਗੀ ਦੇ ਇਤਿਹਾਸਿਕ ਮੈਦਾਨਾਂ ਤੇ ਰਸਮੀ ਸਰਕਾਰੀ ਸਮਾਰੋਹ ਹੁੰਦੇ ਨੇ, ਪਰ
ਇਸ ਦੀ ਅਸਲ ਰੌਣਕ ਤਾਂ ਛੋਟੇ-ਛੋਟੇ ਭਾਈਚਾਰਕ ਸਮਾਗਮਾਂ ਅਤੇ ਸ਼ਹਿਰਾਂ ਵਿੱਚ ਲੱਗਣ ਵਾਲੇ ਸੱਭਿਆਚਾਰਕ ਮੇਲਿਆਂ ਵਿੱਚ ਹੁੰਦੀ ਹੈ। ਇਹ ਇੱਕ ਅਜਿਹਾ ਦਿਨ ਹੈ ਜਿੱਥੇ ਸਿਆਸਤ, ਸੱਭਿਆਚਾਰ ਅਤੇ ਇਤਿਹਾਸ ਸਭ ਇੱਕੋ ਥਾਂ ਇਕੱਠੇ ਹੁੰਦੇ ਨੇ। ਪਰ ਹੁਣ ਅਸੀਂ ਇਸ ਨੂੰ ਆਪਣੇ ਨਾਲ ਜੋੜ ਕੇ ਦੇਖਦੇ ਹਾਂ। ਇਸ ਸਾਰੇ ਇਤਿਹਾਸ ਦਾ ਪੰਜਾਬੀ ਭਾਈਚਾਰੇ ਜਾਂ ਦੂਜੇ ਪ੍ਰਵਾਸੀਆਂ ਲਈ ਕੀ ਮਤਲਬ ਹੈ? ਜਵਾਬ ਹੈ ਬਹੁਤ ਕੁਝ, ਅਤੇ ਇਹ ਸਮਝਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਅਕਸਰ ਲੋਕ ਇਹ ਸਮਝਦੇ ਨੇ ਕਿ ਵੇਤੰਗੀ ਦਿਵਸ ਦਾ ਸਬੰਧ ਸਿਰਫ ਮਾਓਰੀ ਅਤੇ ਪਾਕੇਹਾ ਯਾਨੀ ਯੂਰੋਪੀਅਨ ਲੋਕਾਂ ਨਾਲ ਹੈ, ਪਰ ਸੱਚਾਈ ਇਹ ਹੈ ਕਿ ਇਸ ਸੰਧੀ ਦਾ ਅਸਰ ਹਰ ਉਸ ਵਿਅਕਤੀ ਤੇ ਪੈਂਦਾ ਹੈ ਜੋ ਨਿਊਜ਼ੀਲੈਂਡ ਨੂੰ ਆਪਣਾ ਘਰ ਮੰਨਦਾ ਹੈ, ਖਾਸ ਕਰਕੇ ਸਾਡੇ ਵਰਗੇ ਭਾਈਚਾਰਿਆਂ ਤੇ ਜਿਨ੍ਹਾਂ ਨੇ ਇਸ ਧਰਤੀ ਨੂੰ ਅਪਣਾਇਆ ਹੈ। ਅਤੇ ਇਸ ਦਾ ਇੱਕ ਵੱਡਾ ਕਾਰਨ ਇਹ ਅੰਕੜਾ ਹੈ। ਅੱਜ ਭਾਰਤੀ ਭਾਈਚਾਰਾ ਨਿਊਜ਼ੀਲੈਂਡ ਦਾ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਦੇਸ਼ ਦਾ ਇਹ ਬੁਨਿਆਦੀ ਦਸਤਾਵੇਜ਼ ਸਿਰਫ ਇਤਿਹਾਸ ਦੀ ਕਿਤਾਬ ਦਾ ਹਿੱਸਾ ਨਹੀਂ, ਇਹ ਸਾਡੀ ਮੌਜੂਦਗੀ ਅਤੇ ਸਾਡੇ ਅਧਿਕਾਰਾਂ ਦੀ ਵੀ ਨੀਂਹ ਹੈ। ਚਲੋ ਇਸ ਨੂੰ ਸਮਝਦੇ ਹਾਂ। ਸਭ ਤੋਂ ਪਹਿਲਾਂ ਇਹੀ ਸੰਧੀ ਹੈ ਜੋ ਨਿਊਜ਼ੀਲੈਂਡ ਦੇ ਕਾਨੂੰਨੀ ਢਾਂਚੇ ਦੀ ਨੀਂਹ ਹੈ, ਜਿਸ ਕਰਕੇ ਸਾਰੇ ਪ੍ਰਵਾਸੀਆਂ ਨੂੰ ਇੱਥੇ ਰਹਿਣ ਅਤੇ ਕੰਮ ਕਰਨ ਦਾ ਹੱਕ ਮਿਲਦਾ ਹੈ। ਦੂਜੀ ਗੱਲ, ਇੱਕ ਸਾਂਝਾ ਇਤਿਹਾਸ ਵੀ ਹੈ। ਯਾਦ ਹੈ ਨਾ, ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਹੀ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਰਹੇ ਨੇ। ਤੇ ਤੀਜੀ ਤੇ ਸਭ ਤੋਂ ਅਹਿਮ ਗੱਲ, ਇਹ ਸੰਧੀ ਇੱਕ ਅਜਿਹੇ ਦੇਸ਼ ਦਾ ਵਾਅਦਾ ਕਰਦੀ ਹੈ ਜਿੱਥੇ ਸਾਰੇ ਸੱਭਿਆਚਾਰਾਂ ਦਾ ਸਵਾਗਤ ਹੈ, ਜਿੱਥੇ ਹਰ ਕਿਸੇ ਦੀ ਆਪਣੀ ਪਹਿਚਾਣ ਦਾ ਸਨਮਾਨ ਹੁੰਦਾ ਹੈ। ਅਤੇ ਸਿਰਫ ਕਿਤਾਬੀ ਗੱਲਾਂ ਨਹੀਂ ਹਨ। ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈਮਿਲਟਨ ਵਿੱਚ ਵੇਤਾਂਗੀ ਦਿਵਸ ਦੇ ਜਸ਼ਨਾਂ ਵਿੱਚ ਦੇਖਣ ਨੂੰ ਮਿਲਦੀ ਹੈ, ਜਿੱਥੇ ਦੇਸੀ ਰਿਦਮਜ਼ ਨਾਂ ਦਾ ਗਰੁੱਪ ਭਾਰਤੀ ਨਾਚ ਅਤੇ ਸੰਗੀਤ ਪੇਸ਼ ਕਰਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਸੱਭਿਆਚਾਰ ਹੁਣ ਨਿਊਜ਼ੀਲੈਂਡ ਦੇ ਰਾਸ਼ਟਰੀ ਜਸ਼ਨਾਂ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਤਾਂ ਅਖੀਰ ਵਿੱਚ ਸਵਾਲ ਉਹੀ ਹੈ, 186 ਸਾਲ ਪੁਰਾਣਾ ਇਹ ਦਸਤਾਵੇਜ਼ ਅੱਜ ਦੇ ਇਸ ਰੰਗ-ਬਿਰੰਗੇ ਬਹੁ ਸੱਭਿਆਚਾਰਕ ਨਿਊਜ਼ੀਲੈਂਡ ਲਈ ਕੀ ਮਾਇਨੇ ਰੱਖਦਾ ਹੈ? ਸ਼ਾਇਦ ਇਸ ਦਾ ਜਵਾਬ ਇਹ ਹੈ ਕਿ ਇਹ ਸਿਰਫ ਇਤਿਹਾਸ ਦਾ ਇੱਕ ਪੰਨਾ ਨਹੀਂ, ਸਗੋਂ ਇੱਕ ਜਿਉਂਦਾ ਜਾਗਦਾ ਵਾਅਦਾ ਹੈ। ਇੱਕ ਅਜਿਹਾ ਵਾਅਦਾ ਜੋ ਸਾਨੂੰ ਸਾਰਿਆਂ ਨੂੰ, ਭਾਵੇਂ ਅਸੀਂ ਕਿਤੋਂ ਵੀ ਆਏ ਹੋਈਏ, ਇੱਕ ਸਾਂਝੇ ਭਵਿੱਖ ਵੱਲ ਵਧਣ ਲਈ ਪ੍ਰੇਰਿਤ ਕਰਦਾ ਹੈ। ਇਸ ਬਾਰੇ ਸੋਚਣ ਦੀ ਲੋੜ ਹੈ।